ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਬਖਸ਼ਿਸ਼ ਨਾਲ ਉਸ ਪਰਿਵਾਰ 'ਚ ਮੈਂ ਜਨਮਿਆ ਵਾਂ ਜਿਸ ਪਰਿਵਾਰ 'ਚ ਗੁਰੂ ਨੇ ਆਪ ਸੇਵਾ ਲਈ। ਮੇਰੇ ਪਿਤਾ ਜਥੇਦਾਰ ਸੰਤੋਖ ਸਿੰਘ ਜੀ ਜਦੋਂ ਮਾਸਟਰ ਜੀ ਨੇ ਅਕਾਲੀ ਦਲ ਬਣਾਇਆ 1950 'ਚ, ਉਹ ਸੇਵਾ ਸ਼ੁਰੂਆਤ ਹੁੰਦੀ ਹੈ ਔਰ 1981 'ਚ ਜਦੋਂ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਇੱਕ ਲੰਬਾ ਸਫ਼ਰ ਜ਼ਿੰਦਗੀ ਦਾ ਔਰ ਉਹਨਾਂ ਦੇ ਭੋਗ ਤੇ ਭਾਵੇਂ ਸੰਤ ਫਤਿਹ ਸਿੰਘ ਹੋਣ, ਭਾਵੇਂ ਵੱਡੇ ਬੁੱਧੀਜੀਵੀ ਹੋਣ, ਕਿਤੇ ਪ੍ਰਾਈਮ ਮਿਨਿਸਟਰ, ਕਿਤੇ ਗਵਰਨਰ, ਕਿਤੇ ਜੱਜਿਸ ਆਏ ਔਰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਮੈਨੂੰ ਇੱਕ ਸ਼ਖਸੀਅਤ ਦਾ ਲੈਕਚਰ ਅੱਜ ਤੱਕ ਨਹੀਂ ਭੁੱਲਦਾ। ਮੇਰੀ ਉਮਰ ਉਸ ਵੇਲੇ 22-23 ਸਾਲ ਸੀ। ਡਾਕਟਰ ਗੁਰਨਾਮ ਸਿੰਘ ਤੀਰ ਬਹੁਤ ਵੱਡੇ ਰਾਈਟਰ ਹੋਏ ਨੇ ਜਿਨ੍ਹਾਂ ਨੂੰ ਚਾਚਾ ਚੰਡੀਗੜ੍ਹੀਆ ਆਖਿਆ ਜਾਂਦਾ ਸੀ। ਉਹਨਾਂ ਨੇ ਇਹ ਲੈਕਚਰ ਕੀਤਾ ਸੀ ਕਿ ਦਿੱਲੀ 'ਚ ਦੋ ਦਰਿਆ ਵਗਦੇ ਸੀ, ਇੱਕ ਯਮੁਨਾ ਤੇ ਇੱਕ ਸੰਤੋਖ ਸਿੰਘ। ਔਰ ਸੰਤੋਖ ਸਿੰਘ ਨਾਮੀ ਦਰਿਆ ਜੇ ਚਾਂਦਨੀ ਚੌਕ 'ਚੋਂ ਲੰਘਿਆ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ 6 ਮਹੀਨੇ ਕੈਦ ਰੱਖਣ ਵਾਲੀ ਕੋਤਵਾਲੀ ਲੈ ਲਈ। ਜੇ ਬੰਗਲਾ ਸਾਹਿਬ ਜਾਂਦਾ ਤੇ ਲੰਗਰ ਵਾਲੀ ਥਾਂ, ਸਰੋਵਰ ਵਾਲੀ ਥਾਂ ਚੱਲਦੀ ਸੜਕ ਰਾਜਾ ਜੈ ਸਿੰਘ ਮਾਰਗ ਅੱਗੋਂ ਬੰਦ ਕਰਾਣੀ। ਜੇ ਮੋਤੀ ਬਾਗ ਸਾਹਿਬ ਜਾਂਦਾ ਹੈ ਤੇ ਜਿਹੜਾ ਤੀਰਥ ਸਥਾਨ ਇੱਕ ਚੁਬਾਰੇ ਸੀਗਾ, ਕਿੱਡਾ ਵੱਡਾ ਸਥਾਨ ਆ, ਜਾ ਕੇ ਦਰਸ਼ਨ ਕਰੋ। ਕਿਤੇ ਮਾਤਾ ਸੁੰਦਰੀ ਸਾਹਿਬ, ਕਿਤੇ ਦਮਦਮਾ ਸਾਹਿਬ, ਕਿਤੇ ਨਾਨਕ ਪਿਓ ਸਾਹਿਬ। ਮੈਂ ਸਮਝਦਾ ਕਿ ਨਾਮ ਲੈਂਦੇ ਚੱਲੋ ਕਿਹੜੇ ਸਥਾਨ ਨੂੰ ਉਹਨਾਂ ਨੇ ਉਹਦੀ ਜ਼ਮੀਨ ਹਜ਼ਾਰਾਂ ਕਰੋੜ ਰੁਪਏ ਦੀ ਜ਼ਮੀਨ ਗੁਰੂ ਘਰ ਦੇ ਨਾਲ ਜੋੜੀ। ਜੇ ਐਜੂਕੇਸ਼ਨ ਵਾਲੇ ਪਾਸੇ ਗੁਰਨਾਮ ਸਿੰਘ ਤੀਰ ਨੇ ਜ਼ਿਕਰ ਕੀਤਾ ਕਿ ਭਾਵੇਂ ਇੰਗਲਿਸ਼ ਮੀਡੀਅਮ ਸਕੂਲ 13 ਬ੍ਰਾਂਚਾਂ ਗੁਰੂ ਹਰਕ੍ਰਿਸ਼ਨ ਸਾਹਿਬ ਦੀਆਂ ਹੋਣ, ਖਾਲਸਾ ਸਕੂਲ ਹੋਣ, ਮਾਤਾ ਸੁੰਦਰੀ ਕਾਲਜ ਦੀ ਉਸਾਰੀ ਕਰਾਣੀ 1967 'ਚ ਕੁੜੀਆਂ ਦਾ, ਜਾਂ ਯੂਨੀਵਰਸਿਟੀ 'ਚ ਖਾਲਸਾ ਕਾਲਜ ਬਣਾਉਣਾ। ਇਸ ਤੋਂ ਇਲਾਵਾ ਇੰਜੀਨੀਅਰਿੰਗ ਕਾਲਜ, ਗੁਰੂ ਗੋਬਿੰਦ ਸਿੰਘ ਕਾਲਜ, ਮੈਂ ਸਮਝਦਾ ਇੱਕ ਵੱਡੀ ਸੇਵਾ ਜਥੇਦਾਰ ਜੀ ਨੇ ਕੀਤੀ। ਗੁਰਨਾਮ ਸਿੰਘ ਤੀਰ ਜੀ ਇਹ ਵੀ ਦੱਸਦੇ ਨੇ ਕਿ ਖਾਲੀ ਦਿੱਲੀ ਨਹੀਂ, ਦਿੱਲੀੋਂ ਬਾਹਰ ਜੇ ਪੌਂਟਾ ਸਾਹਿਬ 1964 22 ਮਈ ਨੂੰ ਗੋਲੀ ਚੱਲਦੀ ਹੈ, 11 ਸਿੰਘ ਸ਼ਹੀਦ ਹੁੰਦੇ ਨੇ ਤੇ ਜਥੇਦਾਰ ਸੰਤੋਖ ਸਿੰਘ ਉਹਨਾਂ ਨੂੰ ਉਸ ਸਥਾਨ ਨੂੰ ਆਜ਼ਾਦ ਕਰਾਉਂਦੇ ਨੇ ਮਹੰਤਾਂ ਕੋਲੋਂ। ਜੇ 1967 'ਚ ਕਿਤੇ ਬਾਗਮੜੀ ਗੁਰਦੁਆਰਾ ਕਲਕੱਤੇ 'ਚ ਹਮਲਾ ਹੁੰਦਾ ਹੈ, ਜੇ 1969 ਦੇ ਵਿੱਚ ਦਸਤਾਰ ਤੇ ਪਾਬੰਦੀ ਸਰਕਾਰੀ ਨੌਕਰੀਆਂ 'ਚ ਇੰਗਲੈਂਡ 'ਚ ਲੱਗਦੀ ਹੈ, ਤੇ ਜਥੇਦਾਰ ਸੰਤੋਖ ਸਿੰਘ ਇੱਕ ਐਸਾ ਲੀਡਰ ਸੀ ਕਿ ਦੇਸ਼ਾਂ ਵਿਦੇਸ਼ਾਂ ਤੱਕ ਸਿੱਖਾਂ ਵਾਸਤੇ ਆਹ ਦਾ ਨਾਅਰਾ ਮਾਰਦਾ ਸੀ। ਖਾਲੀ ਨਾਅਰਾ ਮਾਰਨਾ ਔਰ ਮੋਰਚੇ ਨਹੀਂ ਲਾਉਂਦਾ ਸੀ, ਉਹ ਹਰ ਟੇਬਲ ਤੇ ਭਾਵੇਂ ਨਹਿਰੂ ਹੋਵੇ, ਭਾਵੇਂ ਸ਼ਾਸਤਰੀ ਹੋਵੇ, ਭਾਵੇਂ ਇੰਦਰਾ ਗਾਂਧੀ ਹੋਵੇ, ਸਿੱਖਾਂ ਨੂੰ ਮਸਲੇ ਹੱਲ ਕਰਕੇ ਸਿੱਖਾਂ ਦੇ ਹਵਾਲੇ ਕਰੋੜਾਂ ਰੁਪਏ ਦੀਆਂ ਜ਼ਮੀਨਾਂ ਕਰਕੇ ਗਏ। ਔਰ ਜਿੱਥੋਂ ਉਹਨਾਂ ਨੇ ਗੱਲ ਸ਼ੁਰੂ ਕੀਤੀ ਕਿ ਦਿੱਲੀ 'ਚ ਦੋ ਦਰਿਆ ਵਗਦੇ ਸੀ, ਇੱਕ ਯਮੁਨਾ ਤੇ ਇੱਕ ਸੰਤੋਖ ਸਿੰਘ। ਅੱਜ ਸੰਤੋਖ ਸਿੰਘ ਦਾ ਨਾਮੀ ਦਰਿਆ ਨੂੰ ਦੁਸ਼ਮਣਾਂ ਨੇ ਗੋਲੀਆਂ ਮਾਰ ਕੇ ਉਹਦਾ ਬਹਾਵ ਬੰਦ ਕਰ ਦਿੱਤਾ। ਮੈਂ ਸਮਝਦਾ ਉਹ ਮੇਰੇ ਕੰਨਾਂ 'ਚ ਗੂੰਜਦਾ ਸੀ। ਬਹੁਤ ਵੱਡੀ ਸੇਵਾ ਗੁਰੂ ਨੇ ਮੇਰੇ ਪਿਤਾ ਤੋਂ ਲਈ। ਮੈਨੂੰ ਮੌਕਾ ਮਿਲਿਆ ਉਹਦੇ ਬਾਅਦ 1982 'ਚ ਭੋਗ ਵਾਲੇ ਦਿਨ ਸੰਤ ਪਿੰਡਰਾਲੇ ਨੇ ਸਰੋਪਾ ਦਿੱਤਾ। ਪਰਿਵਾਰ ਨਹੀਂ ਮੰਨਦਾ ਸੀਗਾ, ਲੇਕਿਨ ਮੈਨੂੰ ਆਖਿਆ ਗਿਆ ਕਿ ਪਰਿਵਾਰ 'ਚੋਂ ਇੱਕ ਸ਼ਖਸ ਜ਼ਰੂਰ ਨਿਕਲੇ ਔਰ ਪਰਿਵਾਰ ਨੇ ਫੈਸਲਾ ਕੀਤਾ, ਮੇਰੇ ਸਿਰੇ ਸਿਹਰਾ ਬੰਨ੍ਹਿਆ। ਸਭ ਤੋਂ ਪਹਿਲੇ ਜਥੇਦਾਰ ਜੀ ਦੇ ਹੁੰਦੇ 1978 ਨਿਰੰਕਾਰੀ ਮੂਵਮੈਂਟ ਦੇ ਵਿੱਚ ਪਹਿਲੀ ਵਾਰੀ ਗ੍ਰਿਫਤਾਰ ਹੋਣਾ, ਅਮਰ ਜਵਾਨ ਜੋਤੀ, ਜਿੱਥੇ ਬਹੁਤ ਵੱਡੀ ਮੂਵਮੈਂਟ ਹੁੰਦੀ ਹੈ। 3 ਸਿੰਘ ਸ਼ਹੀਦ ਹੁੰਦੇ ਨੇ, ਜਥੇਦਾਰ ਅਵਤਾਰ ਸਿੰਘ ਕੋਹਲੀ, ਮਨਿੰਦਰ ਸਿੰਘ, ਗੋਬਿੰਦ ਸਿੰਘ, ਔਰ ਇੱਕ ਪੁਲਿਸ ਵਾਲਾ ਮਰਦਾ। ਉੱਥੋਂ ਮੇਰੀ ਸ਼ੁਰੂਆਤ ਫਿਜ਼ੀਕਲ, ਜਦੋਂ ਮੈਨੂੰ ਲਾਠੀਆਂ ਪੈਂਦੀਆਂ ਨੇ, ਮੇਰਾ ਸਿਰ ਫਟਦਾ ਹੈ, ਗ੍ਰਿਫਤਾਰੀਆਂ ਹੁੰਦੀਆਂ ਨੇ 20 ਸਾਲ ਦੀ ਉਮਰ 'ਚ। ਜਥੇਦਾਰ ਜੀ ਦੀ ਡੈਥ ਤੋਂ ਬਾਅਦ ਯੂਥ ਅਕਾਲੀ ਦਲ ਦੀ ਉਸਾਰੀ ਮੈਂ ਕਰਦਾ ਵਾਂ। ਔਰ ਯੂਥ ਅਕਾਲੀ ਦਲ ਦਾ ਪਹਿਲੀ ਦਫਾ ਅਗਰ ਅਕਾਲੀ ਦਲ 'ਚੋਂ ਕਿਸੇ ਨੇ ਗਠਨ ਕੀਤਾ ਤੇ ਉਹ ਮੇਰੀ ਪ੍ਰਧਾਨਗੀ ਤੋਂ ਸ਼ੁਰੂ ਹੁੰਦਾ ਹੈ। ਪਹਿਲਾ ਮੋਰਚਾ ਅਸੀਂ ਲਗਾਉਂਦੇ ਹਾਂ ਜਦੋਂ ਇੰਗਲੈਂਡ ਦੇ ਵਿੱਚ 8ਵੀਂ 'ਚ ਪੜ੍ਹਦੇ ਬੱਚੇ ਨੂੰ ਸਕੂਲ 'ਚੋਂ ਕੱਢ ਦਿੱਤਾ ਗਿਆ ਕਿ ਉਸ ਦੇ ਸਿਰ 'ਤੇ ਦਸਤਾਰ ਨਹੀਂ ਹੋ ਸਕਦੀ, ਉਹ ਕਲੀਨ ਸ਼ੇਵਨ ਹੋ ਕੇ ਆਵੇ। ਉਹ ਮੋਰਚਾ ਲੜਿਆ ਸੀ, ਕਾਮਯਾਬ ਹੋਏ। ਮਾਰਗਰੇਟ ਥੈਚਰ ਉੱਥੇ ਦੀ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖੀ ਔਰ ਬੱਚੇ ਨੂੰ ਐਡਮਿਟ ਕਰਾਉਂਦੇ ਆ। 1982 'ਚ ਜਿਹੜਾ ਗੇਟ ਜਥੇਦਾਰ ਸੰਤੋਖ ਸਿੰਘ ਲਗਾ ਕੇ ਗਏ ਸੀਗੇ ਬਾਲਾ ਸਾਹਿਬ ਦੇ ਬਾਹਰ ਨੀਲੇ ਰੰਗ ਦਾ, ਲੇਕਿਨ ਹਲੇ ਜ਼ਮੀਨ ਕਾਸ਼ਤਕਾਰਾਂ ਕੋਲ ਸੀ, ਉਹ ਉੱਥੇ 10 ਰਾਤਾਂ ਕੱਟਦੇ ਆ। 12 ਏਕੜ ਜ਼ਮੀਨ ਖੁਦ ਬੁਲਡੋਜ਼ਰ ਚਲਾ ਕੇ ਕਬਜ਼ਾ ਕਰਦੇ ਆ, ਜਿੱਥੇ ਅੱਜ ਹਸਪਤਾਲ ਦੀ ਇਮਾਰਤ ਬਣ ਕੇ ਖੜੀ ਹੈ, ਲੇਕਿਨ ਕਿਸੇ ਝਗੜਿਆਂ ਕਰਕੇ ਉਹ ਹਸਪਤਾਲ ਨਹੀਂ ਬਣਿਆ। ਇਹ ਬਹੁਤ ਵੱਡੀ ਸੇਵਾ ਜਥੇਦਾਰ ਜੀ ਦੀ ਡੈਥ ਤੇ ਇਮੀਡੀਏਟ ਬਾਅਦ ਮੈਂ ਆਪਣੇ ਜ਼ਿੰਮੇ ਲਈ ਔਰ ਕੀਤੀ। 1985-84 'ਚ ਮੇਰੇ 'ਤੇ ਟਰਾਂਜ਼ਿਸਟਰ ਬੰਬ ਪਾਏ ਗਏ।
ਮੇਰੇ ਉੱਤੇ NSA ਲਗਾਇਆ ਗਿਆ, ਮੇਰਾ ਪਾਸਪੋਰਟ ਇੰਪਾਊਂਡ ਕੀਤਾ ਗਿਆ। ਸੰਤ ਭਿੰਡਰਾਂ ਵਾਲਿਆਂ ਦੇ ਨਾਲ ਨਜ਼ਦੀਕੀ ਜਾਂ ਮੋਰਚੇ ਦੇ ਹੱਕ ਦੇ ਵਿੱਚ ਬੋਲਣ ਤੇ ਬੜੇ ਕੇਸਿਸ ਪਾਏ ਗਏ ਤਾਂ ਕਿ ਅਸੀਂ ਕਿਸੇ ਤਰੀਕੇ ਟੁੱਟ ਜਾਈਏ। ਉਹਨਾਂ ਕੇਸਾਂ 'ਚੋਂ 1991 'ਚ ਬਰੀ ਹੁੰਦੇ ਆ, 84 ਦੀ ਲੜਾਈ ਲੜਦੇ ਆ, ਗੁਰਦੁਆਰਾ ਕਮੇਟੀ 'ਚ 2013 'ਚ ਆਏ, ਲੇਕਿਨ ਅਗਰ ਸੱਜਣ ਤੇ ਟਾਈਟਲਰ ਦੀ ਪਹਿਲੀ ਦਫਾ 2009 'ਚ ਟਿਕਟ ਕਟਾਈ ਸੀ ਤੇ ਉਹ ਇੱਕ ਬਹੁਤ ਵੱਡੀ ਅਸੀਂ ਜੱਦੋ ਜਹਿਦ ਤੋਂ ਬਾਅਦ ਕਟਾਈ ਸੀਗੀ। ਕਈ ਧਰਨੇ, ਕਈ ਪ੍ਰਦਰਸ਼ਨ ਹੋਏ। 1991 ਦੇ ਵਿੱਚ ਜਨਗਣਨਾ ਸੈਂਸਸ ਦੇ ਵਿੱਚ ਜਦੋਂ ਸਿੱਖਾਂ ਦੀ ਗਿਣਤੀ 4.67% ਦੱਸੀ ਗਈ, ਉਹ ਲੜਾਈ ਆਪਣੇ ਜ਼ਿੰਮੇ ਲਈ ਔਰ ਕਾਮਯਾਬ ਹੋਏ। ਪਹਿਲੀ ਦਫਾ ਸੈਂਸਸ ਕਮਿਸ਼ਨ ਆਫ ਇੰਡੀਆ, ਉਹਦੇ ਡਾਇਰੈਕਟਰ ਜਨਰਲ JK ਬੰਥੀਆ ਜਿਹੜੇ ਮੈਨੂੰ ਬੰਦ ਕਰਨ ਦੀ ਧਮਕੀਆਂ ਦਿੰਦੇ ਸੀ, ਉਹਨਾਂ ਤੋਂ ਠੀਕ ਗਿਣਤੀ ਜਿਹੜੀ 8% ਦੇ ਕਰੀਬ ਹੈ ਉਹ ਉਹਨਾਂ ਨੂੰ ਲਿਆਣੀ ਪਈ। ਉਹਨਾਂ ਨੇ ਉਹਦੇ 'ਚ ਇਨਕਰੀਜ਼ ਦੱਸਿਆ। ਮੈਂ ਇਹ ਸਮਝਦਾ ਵਾਂ ਕਿ ਐਸੀਆਂ ਲੜਾਈਆਂ ਲੜੀਆਂ ਉਸ ਜ਼ਮਾਨੇ ਦੇ ਵਿੱਚ ਜਦੋਂ ਅਸੀਂ ਕੁਛ ਨਹੀਂ ਹੁੰਦੇ ਸੀ। ਕੜਕੜਡੂਮਾ ਕੋਰਟ ਦੇ ਬਾਹਰ ਕਿੱਡੇ ਕਿੱਡੇ ਧਰਨੇ ਵੱਜਦੇ ਸੀਗੇ। ਮੈਂ ਸਮਝਦਾ ਉਹ ਇੱਕ ਆਪਣੇ ਆਪ ਦੇ ਵਿੱਚ ਮਿਸਾਲ ਹੈ। 1964 ਦੇ ਵਿੱਚ ਜਥੇਦਾਰ ਸੰਤੋਖ ਸਿੰਘ ਜੀ ਨੇ ਇੱਕ ਲੜਾਈ ਸ਼ੁਰੂ ਕੀਤੀ ਸੀ ਪੰਜਾਬੀ ਸੈਕੰਡ ਲੈਂਗੁਏਜ ਦੀ। ਬੜੀ ਲੰਬੀ ਲੜਾਈ ਲੜੀ, ਦਿੱਲੀ ਦੀ ਸੜਕਾਂ 'ਤੇ ਨਾਮ ਜਥੇਦਾਰ ਜੀ ਨੇ ਲਿਖਵਾਏ, ਪੰਜਾਬੀ ਅਕੈਡਮੀ ਬਣਵਾਈ। ਲੇਕਿਨ 2003 ਦੇ ਵਿੱਚ ਜਦੋਂ ਸੈਂਟਰ ਦੇ ਵਿੱਚ ਵਾਜਪਾਈ ਜੀ ਦੀ ਸਰਕਾਰ ਸੀ, ਸਟੇਟ ਸ਼ੀਲਾ ਦੀਕਸ਼ਿਤ ਦੀ ਸਰਕਾਰ ਸੀ, ਦੋਵੇਂ ਸਰਕਾਰਾਂ ਆਪੋ 'ਚ ਲੜਦੀਆਂ ਸੀ। ਲੇਕਿਨ 2003 'ਚ ਪੰਜਾਬੀ ਸੈਕੰਡ ਲੈਂਗੁਏਜ ਸਟੇਟਸ ਲੈਣ ਦੇ ਵਿੱਚ ਕਾਮਯਾਬ ਹੋਏ। ਮੈਂ ਸਮਝਦਾ ਇੱਕ ਬਹੁਤ ਵੱਡੀ ਜਿੱਤ ਸੀਗੀ। ਮੈਂ ਇਹ ਸਾਰਾ ਕੁਝ ਗਿਣਾ ਰਿਹਾ ਜਦੋਂ ਗੁਰਦੁਆਰਾ ਕਮੇਟੀ ਨਹੀਂ ਸੀ। ਗੁਰਦੁਆਰਾ ਕਮੇਟੀ ਤੋਂ ਬਾਅਦ ਤੇ ਐਡੀ ਲੰਬੀ ਫਹਿਰਿਸਤ ਹੈ, ਸ਼ਾਇਦ ਮੈਨੂੰ ਵੀ ਯਾਦ ਨਹੀਂ ਹੈਗਾ ਕਿ ਰੱਬ ਨੇ ਕਿਹੜੀਆਂ ਚੀਜ਼ਾਂ ਗੁਰੂ ਨੇ ਆਸ਼ੀਰਵਾਦ ਦੇ ਕੇ ਸਾਡੇ ਤੋਂ ਕਰਾਈਆਂ ਨੇ। ਇਸ ਤੋਂ ਇਲਾਵਾ ਬੱਚਿਆਂ ਦੇ ਕੈਂਪ ਲਗਾਉਣੇ ਹੋਣ, ਕਿਤੇ ਪੌਂਟਾ ਸਾਹਿਬ, ਕਿਤੇ ਦੇਹਰਾਦੂਨ ਜਾਂ ਕਿਸੇ ਹੋਰ ਜਗ੍ਹਾ ਤੇ ਦਿੱਲੀ ਦੇ ਵਿੱਚ, ਉਹ ਸਾਰੇ ਕੈਂਪਸ ਅਸੀਂ ਆਰਗੇਨਾਈਜ਼ ਕੀਤੇ। ਮੈਂ ਸਮਝਦਾ ਕਿ 1999 ਦੇ ਵਿੱਚ ਜਦੋਂ ਖਾਲਸੇ ਦਾ 300 ਸਾਲਾ ਸਿਰਜਣਾ ਦਿਵਸ ਆਇਆ, ਦਿੱਲੀ ਤੋਂ ਅਨੰਦਪੁਰ ਸਾਹਿਬ ਰੰਗਰੇਟਾ ਮਾਰਚ, ਜਿੱਥੋਂ ਭਾਈ ਚੇਤਾ ਗੁਰੂ ਮਹਾਰਾਜ ਦਾ ਸੀਸ ਲੈ ਕੇ ਗਏ ਸੀਗੇ, ਉਹ ਪੈਦਲ ਯਾਤਰਾ ਦਿੱਲੀ ਤੋਂ ਅਨੰਦਪੁਰ ਸਾਹਿਬ ਤੱਕ ਲੈ ਕੇ ਗਏ। ਕਿਉਂਕਿ ਉਹ ਬਰਾਦਰੀਆਂ ਜਿਨ੍ਹਾਂ ਨੂੰ ਅਸੀਂ ਵਿਛੋੜ ਦਿੱਤਾ ਜਾਂ ਜਿਨ੍ਹਾਂ ਨੂੰ ਅਸੀਂ ਆਪਣੇ ਧਰਮ ਤੋਂ ਮੁੱਖ ਧਾਰਾ ਤੋਂ ਦੂਰ ਕੀਤਾ, ਭਾਵੇਂ ਰੰਗਰੇਟੇ ਹੋਣ, ਭਾਵੇਂ ਬੰਜਾਰੇ ਸਿੱਖ ਹੋਣ, ਸਿਕਲੀਗਰ ਹੋਣ, ਬਾਜ਼ੀਗਰ ਹੋਣ, ਸਿੰਧੀ ਸਮਾਜ ਹੋਵੇ, ਮੈਂ ਸਮਝਦਾ ਕਿ ਉਹਨਾਂ ਨੂੰ ਨਜ਼ਦੀਕ ਲਿਆਉਣ ਦੀ, ਉਹਨਾਂ ਦੀ ਅਹਿਮੀਅਤ ਦੱਸਣ ਦੀ ਲੋੜ ਸੀਗੀ। ਔਰ ਇਹ ਜਦੋਂ ਪ੍ਰਧਾਨ ਬਣੇ ਪਹਿਲੀ ਦਫਾ ਗੁਰੂ ਲਾਧੋਰੇ ਦਿਵਸ ਵੀ ਅਸੀਂ ਦਿੱਲੀ ਦੇ ਵਿੱਚ ਮਨਾਇਆ ਤਾਂ ਕਿ ਉਹ ਗੁਰੂ ਨਾਨਕ ਦੀ ਫੁਲਵਾੜੀ ਇਕੱਠੀ ਕਰੀਏ ਜੋ ਗੁਰੂ ਨਾਨਕ ਸਿਰਜ ਕੇ ਗਏ ਸੀ, ਜਿਹੜੀ ਅਸੀਂ ਕਿਸੇ ਕਾਰਨਾਂ ਕਰਕੇ ਆਪਣੇ ਤੋਂ ਦੂਰ ਕਰ ਦਿੱਤੀਆਂ। ਜੈਪੁਰ ਦੇ ਵਿੱਚ ਇੱਕ ਸਿੱਖ ਨੌਜਵਾਨ ਦੇ ਕੇਸਾਂ ਦੀ ਬੇਅਦਬੀ ਕੀਤੀ ਹੋਵੇ, ਉਹਦੀ ਲੜਾਈ ਲੜਨੀ ਹੋਵੇ, ਜਾਂ ਫਰਾਂਸ ਦੇ ਵਿੱਚ ਦਸਤਾਰ ਦੇ ਖਿਲਾਫ ਲੜਾਈ ਛੇੜਨੀ ਹੋਵੇ 2007-08 ਦੇ ਵਿੱਚ, ਚਿੱਟੀ ਸਿੰਘਪੁਰਾ 'ਚ ਜਦੋਂ ਕਲਿੰਟਨ ਇੱਥੇ ਆਂਦਾ ਔਰ ਜਿਸ ਤਰੀਕੇ ਨਾਲ 37 ਸਿੱਖ ਮਾਰੇ ਗਏ, ਕਿਸ ਤਰੀਕੇ ਉੱਥੇ ਪਹੁੰਚ ਕੇ ਉਹਨਾਂ ਨੂੰ ਸਹਾਰਾ ਦਿੱਤਾ ਔਰ ਦਿੱਲੀ ਆ ਕੇ ਮੋਰਚਾ ਲਾਉਂਦੇ ਔਰ ਗ੍ਰਿਫਤਾਰੀਆਂ ਹੁੰਦੀਆਂ ਨੇ। ਮੈਂ ਸਮਝਦਾ ਇੱਕ ਲੰਬੀ ਫਹਿਰਿਸਤ ਹੈ ਜਿਹੜੀ ਸੇਵਾ ਗੁਰੂ ਨੇ ਸਾਡੇ ਕੋਲੋਂ ਲਈ। 2013 ਦੇ ਵਿੱਚ ਜਦੋਂ ਗੁਰੂ ਦੀ ਬਖਸ਼ਿਸ਼ ਦੇ ਨਾਲ ਸੇਵਾ ਦਿੱਤੀ ਜਾਂਦੀ ਹੈ, ਸਟੇਜਾਂ ਦੇ ਉੱਤੋਂ ਅਸੀਂ ਧਾਰਮਿਕ ਲੈਕਚਰ ਦੀ ਗੱਲ ਕੀਤੀ, ਪੋਲੀਟੀਕਲ ਲੈਕਚਰ ਬੰਦ ਕੀਤੇ, ਸਟੇਜਾਂ ਤੋਂ ਥੱਲੇ ਬਹਿਣ ਦੀ ਗੱਲ ਅਸੀਂ ਕੀਤੀ। ਜਿਹੜਾ ਅਕਾਲ ਤਖਤ ਸਾਹਿਬ ਤੋਂ ਭਾਵੇਂ ਕੈਲੰਡਰ ਹੋਵੇ ਜਾਂ ਜਿਹੜੀਆਂ ਬਾਣੀਆਂ ਅਕਾਲ ਤਖਤ ਸਾਹਿਬ ਤੋਂ ਪ੍ਰਮਾਣਿਤ ਹੋਣ, ਉਹਨਾਂ ਬਾਣੀਆਂ ਦੇ ਪ੍ਰਚਾਰ ਪ੍ਰਸਾਰ ਨੂੰ ਜਿਹੜੀ ਰੋਕ ਲੱਗੀ ਸੀ, ਉਸ ਨੂੰ ਦੁਬਾਰਾ ਅਸੀਂ ਸ਼ੁਰੂਆਤ ਕਰਦੇ ਹਾਂ। 1984 ਦੀ ਯਾਦਗਾਰ ਦਾ ਨੀਂਹ ਪੱਥਰ ਅਸੀਂ ਰੱਖਦੇ ਹਾਂ ਔਰ ਅਖੀਰ 2016 ਦੇ ਵਿੱਚ ਇਸ ਨੂੰ ਅਸੀਂ ਕੰਪਲੀਟ ਕਰਦੇ ਹਾਂ। ਪਾਰਲੀਮੈਂਟ ਦੇ ਸਾਹਮਣੇ ਜਿੱਥੇ ਦਿੱਲੀ 'ਚ ਇੱਕ ਪੱਥਰ ਦੀ 84 ਦੇ ਨਾਂ 'ਤੇ ਲੱਗ ਸਕਦਾ ਸੀ, ਇੰਦਰਾ ਗਾਂਧੀ ਤੇ 3 ਮੈਮੋਰੀਅਲ ਨੇ। ਅੱਜ ਆ ਕੇ ਤੁਸੀਂ ਪਾਰਲੀਮੈਂਟ ਦੇ ਸਾਹਮਣੇ ਦੇਖੋ, ਸੱਚ ਦੀ ਕੰਧ ਤੁਹਾਨੂੰ ਯਾਦ ਕਰਾਏਗੀ। ਉਹ ਮੰਜ਼ਰ ਜਦੋਂ ਸਰਕਾਰਾਂ ਕਤਲ ਕਰਨ ਤੇ ਆ ਜਾਣ, ਜਦੋਂ ਸਰਕਾਰਾਂ ਇਨਸਾਫ ਰੋਕਣ ਤੇ ਆ ਜਾਣ, ਜਦੋਂ ਸਰਕਾਰਾਂ ਕਾਤਲਾਂ ਨੂੰ ਵਜ਼ੀਰ ਬਣਾਉਣ ਤੇ ਆ ਜਾਣ, ਲੇਕਿਨ ਇਹ ਲੜਾਈ ਨਹੀਂ ਛੱਡੀ। ਭਾਵੇਂ NSA ਲੱਗੇ ਹੋਣ, ਭਾਵੇਂ ਸਾਡੇ ਉੱਤੇ ਗੰਦੇ ਤੋਂ ਗੰਦੇ ਮੁਕੱਦਮੇ ਪਾਏ ਹੋਣ, ਅਸੀਂ ਇਹ ਲੜਿਆਂ ਔਰ ਅੱਖੀ ਕਾਮਯਾਬ ਹੋਏ ਹਾਂ। ਸੱਜਣ ਕੁਮਾਰ ਨੂੰ ਜੇਲ੍ਹ ਦੇ ਵਿੱਚ ਭੇਜਣ ਲਈ, ਸਜ਼ਾਏ ਮੌਤ ਦਿਵਾਉਣ ਵਾਸਤੇ 80 ਬੰਦਿਆਂ ਨੂੰ ਜੇਲ੍ਹਾਂ ਦੇ ਪਿੱਛੇ ਭੇਜਣ ਨੂੰ। ਲੇਕਿਨ ਸ਼ਾਇਦ ਜੇ ਪਹਿਲੀ ਲੀਡਰਸ਼ਿਪ ਸਾਡੇ ਤੋਂ ਸੰਜੀਦਾ ਹੋ ਕੇ ਲੜਦੀ, HKL ਭਗਤ ਵੀ ਜੇਲ੍ਹ 'ਚ ਮਰਦਾ, ਧਰਮਦਾਸ ਸ਼ਾਸਤਰੀ ਵੀ ਜੇਲ੍ਹ 'ਚ ਮਰਦਾ। ਕਿਤੇ ਨਾ ਕਿਤੇ ਕੁਤਾਹੀ ਕਰ ਗਏ। ਅਸੀਂ ਨਾ ਸਰਕਾਰਾਂ ਤੋਂ ਡਰੇ ਹਾਂ, ਨਾ ਅਸੀਂ ਨਾ ਕਾਤਲਾਂ ਤੋਂ ਡਰੇ ਹਾਂ। ਇਹ ਲੜਾਈ ਅਸੀਂ ਜਾਰੀ ਰੱਖੀ ਹੈ। ਜੇ ਗੁਰਦੁਆਰਾ ਕਮੇਟੀ ਦੀ ਸੇਵਾ ਦਿੱਤੀ,
ਕਿਸ ਤਰੀਕੇ ਨਾਲ ਆਪਣੇ ਇਤਿਹਾਸ ਨੂੰ ਅੱਗੇ ਲੈ ਕੇ ਆਏ ਆ। ਕਿਸੇ ਨੂੰ ਪਤਾ ਸੀ ਲਾਲ ਕਿਲ੍ਹੇ 'ਚ ਸਿੱਖਾਂ ਨੇ ਫਤਿਹ ਕੀਤਾ 1783 'ਚ, ਮੋਰੀ ਗੇਟ, ਪੁੱਲ ਮਠਾਈ, 30 ਹਜ਼ਾਰੀ, ਜਾਂ ਬਾਬਾ ਬਘੇਲ ਸਿੰਘ ਜੀ, ਜੱਸਾ ਸਿੰਘ ਆਹਲੂਵਾਲੀਆ ਜੀ, ਜੱਸਾ ਸਿੰਘ ਰਾਮਗੜੀਆ ਜੀ, ਤਾਰਾ ਸਿੰਘ ਘੇਬਾ ਜੀ, ਮਹਾਂ ਸਿੰਘ ਸ਼ੁਕਰ ਚੱਕਿਆ ਜੀ, ਇਹ ਜਰਨੈਲ ਸੀ ਜਿਨ੍ਹਾਂ ਦਿੱਲੀ ਫਤਿਹ ਕੀਤੀ ਸੀ। ਉਹ ਇਤਿਹਾਸ ਲੈ ਕੇ ਆਏ ਆ। ਲਾਲ ਕਿਲ੍ਹੇ 'ਤੇ ਫਤਿਹ ਦਿਵਸ ਦੁਨੀਆ ਨੇ ਦੇਖਿਆ। ਜੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਆਈ, 300 ਸਾਲਾ ਸ਼ਹੀਦੀ ਸ਼ਤਾਬਦੀ, ਬੁੱਤ ਲੱਗਣ ਦੀ ਪਰਮਿਸ਼ਨਾਂ ਸਰਕਾਰ ਨੇ ਦਿੰਦੀਆਂ ਸੀ। ਅੱਜ ਮੰਡੀ ਹਾਊਸ ਜਾ ਕੇ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ। ਉਹ ਦੇਖੋ ਕੁਤਬ ਮੀਨਾਰ 'ਤੇ ਕਿਵੇਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਮਨਾਈ। 25,000 ਸਿੱਖਾਂ 'ਚ ਪਹਿਲੀ ਦਫਾ ਮੋਦੀ ਆ ਕੇ ਬੋਲੇ ਔਰ ਬਾਬਾ ਬੰਦਾ ਸਿੰਘ ਬਹਾਦਰ ਦੇ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਇਸੇ ਤਰੀਕੇ 350 ਸਾਲਾ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸ਼ਤਾਬਦੀ, ਕਦੀ ਸੋਚਿਆ ਸੀ ਇੰਡੀਆ ਗੇਟ ਇਹ ਸਮਾਗਮ ਹੋਣਗੇ, ਕਨੌਟ ਪਲੇਸ ਦੇ ਵਿੱਚ ਗੱਤਕੇ ਖੇਡੇ ਜਾਣਗੇ। ਮੈਂ ਸਮਝਦਾ ਵਾਂ ਕਿ ਗੁਰੂ ਨੇ ਉਹ ਕੰਮ ਕਰਾਏ ਔਰ ਕਿਸ ਤਰੀਕੇ ਨਾਲ ਅਸੀਂ 3 ਟ੍ਰੇਨਾਂ ਲੈ ਕੇ 5000 ਸਿੰਘਾਂ ਨੂੰ ਦਿੱਲੀ ਤੋਂ ਪਟਨਾ ਸਾਹਿਬ ਦਰਸ਼ਨ ਕਰਾਉਣ ਲਈ ਭੇਜਿਆ ਜਦੋਂ ਇੰਨੀ ਠੰਡ ਸੀਗੀ। ਮੈਂ ਸਮਝਦਾ ਕਿ ਇਹ ਸੇਵਾਵਾਂ ਗੁਰੂ ਨੇ ਲਈਆਂ। ਜੇ ਗੁਰਦੁਆਰਿਆਂ ਦੀ ਡਿਵੈਲਪਮੈਂਟ ਦੀ ਗੱਲ ਕਰ ਲਈਏ, ਬੰਗਲਾ ਸਾਹਿਬ ਦੀ ਡਿਵੈਲਪਮੈਂਟ ਦੇਖੋ ਪਹਿਲੇ ਕਿਵੇਂ ਸੀ। ਹੈ ਤੇ ਗੁਰੂ ਦਾ ਘਰ, ਗੁਰੂ ਨੇ ਕਿਰਾਈ, ਸੰਗਤ ਨੇ ਕੀਤੀ, ਲੇਕਿਨ ਜ਼ਰੀਆ ਬਣੇ। ਜੇ ਬੰਗਲਾ ਸਾਹਿਬ ਦੇ ਅੰਦਰ ਜਿਹੜਾ ਇਨਫੋਰਮੇਸ਼ਨ ਸੈਂਟਰ ਹੈ ਤੁਸੀਂ ਉਹ ਦੇਖ ਲਓ, ਤੁਸੀਂ ਦਮਦਮਾ ਸਾਹਿਬ ਦੇ ਅੰਦਰ ਜਾ ਕੇ ਥੱਲੇ ਹਾਲ ਦੇਖੋ, ਦਮਦਮਾ ਸਾਹਿਬ ਦੀ ਡਿਵੈਲਪਮੈਂਟ ਦੇਖੋ, ਤੁਸੀਂ ਮੋਤੀ ਬਾਗ ਸਾਹਿਬ ਜੋ ਕੰਪਲੈਕਸ ਪਾਰਕਿੰਗ ਦਾ ਜਾਂ ਪਿੱਛੇ ਜਿਹੜੇ ਨਵੀਆਂ ਸਰਾਵਾਂ ਬਣੀਆਂ ਨੇ, ਮੈਂ ਸਮਝਦਾ ਵਾਂ ਤੁਸੀਂ ਜਾ ਕੇ ਨਾਨਕ ਪਿਓ ਸਾਹਿਬ ਦੇਖੋ ਜੋ ਡਿਵੈਲਪਮੈਂਟ ਹੋਈ ਹੈ, ਮਜਨੂ ਟੀਲਾ ਸਾਹਿਬ ਦੇਖੋ। ਇਹ ਸਾਰੀਆਂ ਡਿਵੈਲਪਮੈਂਟਸ ਜਿਹੜੀਆਂ ਨੇ ਸੰਗਤ ਦੇ ਸਹਿਯੋਗ ਦੇ ਨਾਲ ਕੀਤੀਆਂ ਔਰ ਅੱਜ ਗੁਰੂ ਘਰਾਂ ਨੂੰ ਕਿਤੇ ਅਵਾਰਡ ਇੰਟਰਨੈਸ਼ਨਲ ਜਿਹੜੀਆਂ ਏਜੰਸੀਜ਼ ਨੇ ਉਹ ਦੇਣ ਆ ਰਹੀਆਂ ਨੇ ਕਿ ਇਹ ਗੁਰੂ ਘਰ ਐਸੇ ਨੇ ਕਿ ਜਿਨ੍ਹਾਂ ਨੂੰ ਦੇਖ ਕੇ ਬਾਹਰਲੇ ਮੁਲਕਾਂ ਦੇ ਲੋਕ, ਜਿਨ੍ਹਾਂ ਨੂੰ ਸਿੱਖ ਧਰਮ ਦਾ ਨਹੀਂ ਪਤਾ, ਉਹ ਵੀ ਇੱਥੇ ਆਸਥਾ ਦੇ ਨਾਲ ਆਉਂਦੇ ਨੇ। ਜੇ ਜੰਤਰ ਮੰਤਰ ਤੇ ਲੰਗਰ ਭੇਜਣਾ ਸ਼ੁਰੂ ਕੀਤਾ ਜਿੱਥੇ ਲੋਕੀ ਆ ਕੇ ਬੈਠਦੇ ਸੀ, ਕਦੀ ਤੁਸੀਂ ਉਹਨਾਂ ਫੌਜੀਆਂ ਨੂੰ ਪੁੱਛੋ ਜਿਹੜੇ ਫੌਜੀ 1 ਰੈਂਕ 1 ਪੈਨਸ਼ਨ ਲਈ ਜਨਰਲ ਸਤਬੀਰ ਸਿੰਘ ਹੋਰਾਂ ਨਾਲ ਬੈਠੇ ਸੀ, ਕਦੀ ਜਾ ਕੇ ਤੁਸੀਂ ਅੰਨਾ ਹਜ਼ਾਰੇ ਦੀ ਟੀਮ ਤੋਂ ਪੁੱਛੋ, ਜਾਂ ਇੱਥੇ ਕਿਤੇ ਸਵਾਮੀ ਰਾਮਦੇਵ ਆਇਆ ਜਾਂ ਕੋਈ ਆਏ, ਕਿਸਾਨਾਂ ਨੂੰ ਪੁੱਛੋ ਕਿ ਉਹਨਾਂ ਨੂੰ ਕਿੰਨੇ ਕਿੰਨੇ ਹਜ਼ਾਰ ਬੰਦਿਆਂ ਨੂੰ ਲੰਗਰ ਇੱਥੇ ਪਹੁੰਚਦਾ ਰਿਹਾ। ਕਿਤੇ ਤਰਾਸਦੀ ਆ ਜਾਵੇ, ਉੱਤਰਾਖੰਡ ਹੋ ਜਾਵੇ, ਨੇਪਾਲ ਹੋ ਜਾਵੇ, ਜੰਮੂ ਕਸ਼ਮੀਰ ਹੋ ਜਾਵੇ ਜਾਂ ਤਮਿਲਨਾਡੂ ਹੋ ਜਾਵੇ, ਕਿੱਡੀ ਵੱਡੀ ਸੇਵਾ ਗੁਰੂ ਨੇ ਆਪਣੀ ਸੰਗਤਾਂ ਤੋਂ ਲਈ। ਔਰ ਇਸ ਕੰਮ ਵਾਸਤੇ ਅਸੀਂ ਜੋ ਜਦੋਜਹਿਦ ਕੀਤੀ, ਮੈਂ ਸਮਝਦਾ ਉਹ ਬਹੁਤ ਵੱਡੀ ਸੀ। 1984 ਦੀ ਯਾਦਗਾਰ ਦੀ ਤੁਹਾਡੇ ਨਾਲ ਗੱਲ ਕੀਤੀ ਹੈ। ਪੈਨਸ਼ਨਸ ਅਗਰ ਵਿਡੋਜ਼ ਨੂੰ ਦੇਣੀ ਹੋਵੇ, ਉਹ ਪੈਨਸ਼ਨ ਕਿੱਥੋਂ ਸ਼ੁਰੂ ਕੀਤੀ, ਕਿੰਨੇ ਸ਼ੁਰੂ ਕੀਤੀ, ਦੁਬਾਰਾ ਕਿਉਂ ਪੈਨਸ਼ਨਾਂ ਬੰਦ ਹੋਈਆਂ ਸੀਗੀਆਂ, ਕੌਣ ਲੋਕ ਸੀ ਜਿਹੜੇ ਸਾਡੇ ਕਾਤਲਾਂ ਨਾਲ ਮਿਲ ਕੇ HKL ਭਗਤ ਨੂੰ ਤੇ ਧਰਮਦਾਸ ਸ਼ਾਸਤਰੀ ਨੂੰ ਛੁਡਵਾ ਗਏ ਨੇ। ਇਹ ਸਾਰੀਆਂ ਗੱਲਾਂ ਤੁਹਾਨੂੰ ਸਮਝਣੀਆਂ ਚਾਹੀਦੀਆਂ ਨੇ। 1984 ਦੀ ਕੇਸਿਸ ਦੀ ਪੈਰਵਾਈ ਦੀ ਗੱਲ ਕਰ ਲਈਏ, 1984 ਦੇ ਵਿਕਟਿਮਸ ਦੇ ਘਰ ਅਗਰ ਕੋਈ ਦਿੱਕਤ ਆ ਗਈ, ਉਹਨਾਂ ਨੂੰ ਹਰ ਕਿਸਮ ਦੀ ਮਦਦ ਦਿੱਲੀ ਗੁਰਦੁਆਰਾ ਕਮੇਟੀ ਤੋਂ, ਸਾਡੇ ਦਫ਼ਤਰੋਂ ਆ ਕੇ ਕੋਈ ਨਾਮੋਸ਼ੀ 'ਚ ਨਹੀਂ ਜਾਂਦਾ ਸੀ, ਕੋਈ ਖਾਲੀ ਹੱਥ ਨਹੀਂ ਜਾਂਦਾ ਸੀ, ਕੁਛ ਨਾ ਕੁਛ ਗੁਰੂ ਵੱਲੋਂ ਉਹਨਾਂ ਦੇ ਝੋਲੀ 'ਚ ਜ਼ਰੂਰ ਪੈਂਦਾ ਸੀਗਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਟਾਫ, ਮੈਂ ਸਮਝਦਾ ਕਿ ਤਨਖਾਹਾਂ ਬਹੁਤ ਘੱਟ ਸਨ, 7 ਤੋਂ 8 ਹਜ਼ਾਰ ਇੱਕ ਸੇਵਾਦਾਰ ਦੀ ਤਨਖਾਹ। ਅਸੀਂ ਆਉਂਦੇ ਹੀ ਉਹ ਤਨਖਾਹਾਂ ਡਬਲ ਕਰਤੀਆਂ ਆਲਮੋਸਟ। ਅਸੀਂ ਸਟਾਫ ਲਈ ਸਗਨ ਸਕੀਮ ਸ਼ੁਰੂ ਕੀਤੀ ਕਿ ਅਗਰ ਕੁੜੀ ਦੀ ਸ਼ਾਦੀ ਹੈ 51,000 ਰੁਪਇਆ, ਅਗਰ ਬੇਟੇ ਦੀ ਸ਼ਾਦੀ ਹੈ 31,000 ਰੁਪਇਆ, ਛੁੱਟੀ ਵਾਲੇ ਤੋਂ ਬਗੈਰ ਅਗਰ ਤੁਸੀਂ ਕੋਈ ਬੁਕਿੰਗ ਨਹੀਂ, ਲੱਖੀ ਸ਼ਾਹ ਵੰਜਾਰਾ ਹਾਲ ਫ੍ਰੀ ਦਿੱਤਾ ਜਾਏਗਾ। ਇਸੇ ਤਰੀਕੇ ਉਹਨਾਂ ਦੀ ਇੰਸ਼ੋਰੈਂਸ ਹੋਵੇ, ਜੇ ਡੈਥ ਹੋ ਜਾਵੇ ਅੱਧੀ ਤਨਖਾਹ ਗੁਰਦੁਆਰਾ ਕਮੇਟੀ, ਅੱਧੀ ਤਨਖਾਹ ਸਟਾਫ ਆਪਣੀ ਇੱਕ ਇੱਕ ਦਿਨ ਦੀ ਦੇਣਗੇ, ਤਾਂ ਕਿ ਜੇ ਕੋਈ ਇਸ ਦੁਨੀਆ 'ਚ ਜਾਵੇ ਤਾਂ ਉਸ ਨੂੰ ਕੁਛ ਨਾ ਕੁਛ ਮਿਲ ਸਕੇ। ਉਹਨਾਂ ਦੇ ਸਹੂਲਤਾਂ ਲਈ ਜੋ ਅਸੀਂ ਕਰ ਸਕੇ ਅਸੀਂ ਕੀਤਾ। ਔਰ ਜੇ ਮੈਂ ਗੱਲ ਕਰਾਂ ਟੀਚਰਾਂ ਦੀ, ਕਿ ਉਹਨਾਂ ਦਾ 6 ਪੇ ਕਮਿਸ਼ਨ ਦਾ ਮਸਲਾ 2007 ਤੋਂ ਜਿਹੜਾ 6 ਤੋਂ ਰੁਕਿਆ ਸੀ, 2014 ਦੇ ਵਿੱਚ 6 ਪੇ ਕਮਿਸ਼ਨ ਦੇਣਾ ਸ਼ੁਰੂ ਕੀਤਾ। ਔਰ ਜਦ ਤੱਕ ਮੈਂ ਆਪ ਮੁੱਖ ਸੇਵਾਦਾਰ ਰਿਹਾ ਵਾਂ, 60% ਉਹਨਾਂ ਦੇ ਏਰੀਅਰ ਵੀ ਪੇ ਕੀਤੇ। ਰਿਟਾਇਰਡ ਹੋਏ ਟੀਚਰਾਂ ਨੂੰ ਸਾਲੋਂ ਬੱਧੀ ਪੈਸੇ ਨਹੀਂ ਮਿਲੇ ਸੀ, ਉਹਨਾਂ ਦੇ ਹਿਸਾਬ ਪੂਰੇ ਕੀਤੇ। ਕਦੀ ਤੁਸੀਂ ਐਜੂਕੇਸ਼ਨ ਦੇ ਵਿੱਚ CGF ਕੈਰੀਅਰ ਗਾਈਡੈਂਸ ਫੇਅਰ ਦੇਖੇ ਸੀਗੇ? ਜਦੋਂ ਬੱਚਾ 8ਵੀਂ 9ਵੀਂ 'ਚ ਆ ਜਾਵੇ, ਉਹਨੇ ਕੀ ਸਬਜੈਕਟ ਲੈਣਾ ਹੈ, ਉਹਦਾ ਐਪਟੀਟਿਊਡ ਕੀ ਹੈ, ਉਸ ਨੂੰ ਕਿਹੜੇ ਕਾਉਂਸਲਰ ਕੋਲ ਜਾਣ ਦੀ ਲੋੜ ਹੈ। ਅਸੀਂ ਜਦੋਂ CGF ਕੈਂਪ ਲਗਾਉਣੇ ਸ਼ੁਰੂ ਕੀਤੇ, 20,000 ਬੱਚਾ ਉਹਨਾਂ ਕੈਂਪਾਂ ਦੇ ਵਿੱਚ ਆ ਕੇ
ਆਪਣੇ ਮਾਤਾ ਪਿਤਾ ਦੇ ਨਾਲ, ਆਪਣੇ ਸਕੂਲਾਂ ਦੇ ਨਾਲ, ਆਪਣੇ ਟੀਚਰਸ ਦੇ ਨਾਲ ਆਪਣੀਆਂ ਦੁਬਿਧਾ, ਆਪਣੀਆਂ ਜਿਹੜੀਆਂ ਉਹਨਾਂ ਦੀ ਐਪਟੀਟਿਊਡ ਸੀਗਾ ਉਹਦੀ ਕਲੈਰਿਟੀ ਲੈ ਕੇ ਗਿਆ। ਕਦੀ ਤੁਸੀਂ ਸੁਣਿਆ ਸੀ ਨਾ ਸਕੂਲਾਂ ਦੇ ਵਿੱਚ ਟੀਚਰ ਟ੍ਰੇਨਿੰਗ ਪ੍ਰੋਗਰਾਮ ਹੋਣ? ਹੈਲਗਾ ਟੌਡ ਫਾਊਂਡੇਸ਼ਨ ਜਿਹੜੀ ਕੈਂਬਰਿਜ ਯੂਨੀਵਰਸਿਟੀ ਦੇ ਨਾਲ ਐਫੀਲੀਏਟਿਡ ਸਨ, ਉਹਨਾਂ ਤੋਂ ਅਸੀਂ ਆਪਣੇ ਟੀਚਰਸ ਨੂੰ ਟ੍ਰੇਨਿੰਗ ਦਿਵਾਈ, ਉਹਨਾਂ 'ਚ ਮੈਂਟੋਰ ਬਣਵਾਏ ਤਾਂ ਕਿ ਅੱਜ ਦੀ ਸਕਿੱਲ ਟੀਚਰਸ ਨੂੰ ਸਮਝ ਆ ਜਾਵੇ। ਉਹ ਟੀਚਰਸ ਉਹ ਬਾਬਾ ਆਦਮ ਦੇ ਜ਼ਮਾਨੇ ਦਾ ਸਿਸਟਮ ਜਾ ਚੁੱਕਾ ਸੀਗਾ। ਇਹ ਸਾਰੀਆਂ ਗੱਲਾਂ ਬੜੀਆਂ ਲਾਜ਼ਮੀ ਸੀਗੀਆਂ। ਜਿਸ ਦਿਨ ਮੈਂ ਚਾਰਜ ਲਿਆ 40 ਤੋਂ 50 ਲੱਖ ਰੁਪਇਆ ਮੇਰੇ ਤੋਂ ਪਹਿਲੇ ਹਰ ਸਾਲ ਲੈਂਦੇ ਸੀ ਮਿਨੋਰਟੀ ਗਵਰਨਮੈਂਟ ਤੋਂ। ਅਸੀਂ ਉਹ ਸਕੀਮਾਂ ਲੋਕਾਂ ਤੱਕ ਲੈ ਕੇ ਗਏ। ਉਹ ਅਸੀਂ 62 ਕਰੋੜ ਰੁਪਏ ਤੱਕ, 60 ਕਰੋੜ ਰੁਪਏ ਤੱਕ ਅਸੀਂ ਆਪਣੇ ਸਿੱਖ ਬੱਚਿਆਂ ਨੂੰ ਫੀਸਾਂ ਲੈ ਕੇ ਦਿੱਤੀਆਂ ਜਿਹੜੀਆਂ ਕਦੀ ਕੋਈ ਸੁਪਨਾ ਵੀ ਨਹੀਂ ਲੈ ਸਕਦਾ ਸੀਗਾ। ਕਿਸੇ ਨੇ ਬਾਹਰ ਪੜ੍ਹਾਈ ਕਰਨ ਜਾਣਾ ਹੋਵੇ ਉਹਦੇ ਵਾਸਤੇ ਵੀ ਲੋਨ ਮਿਲਦਾ ਸੀ। ਕਿਸੇ ਨੇ ਛੋਟਾ ਮੋਟਾ ਬਿਜ਼ਨਸ ਕਰਨਾ ਹੋਵੇ, ਕੋਈ ਫੋਟੋਕਾਪੀਅਰ ਲਗਾਉਣਾ ਹੋਵੇ, ਕੋਈ ਟੈਕਸੀ ਟਰੱਕ ਪਾਉਣਾ ਹੋਵੇ, ਮਿਨੋਰਟੀਜ਼ ਦੇ ਵਿੱਚ 12% ਤੇ ਬੈਂਕ ਦਿੰਦਾ ਪਰ ਐਨਮ ਤੇ ਅਸੀਂ 50%, 6% ਤੇ ਲੋਨਾਂ ਦੀ ਸਕੀਮਾਂ ਲੋਕਾਂ ਤੱਕ ਲਗਾਏ। ਕਿਉਂਕਿ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਆਖਦਾ ਕਿ ਹਮਨੇ ਸਭ ਕੋ ਮੰਗਤੇ ਹੋਏ ਦੇਖਾ ਹੈ, ਸਿੱਖੋਂ ਕੋ ਨਹੀਂ ਦੇਖਾ। ਤੇ ਸਿੱਖਾਂ ਨੂੰ ਗੁਰੂ ਦਾ ਹੁਕਮ ਹੈ ਨਾਮ ਜਪਣ ਦਾ, ਕਿਰਤ ਕਰਨ ਦਾ, ਵੰਡ ਛਕਣ ਦਾ। ਮੈਂ ਸਮਝਦਾ ਅਸੀਂ ਉਹ ਵੀ ਚੀਜ਼ਾਂ ਪ੍ਰੋਵਾਈਡ ਕੀਤੀਆਂ। ਜੇ ਕਿਤੇ ਰੋਮ 에ਅਰਪੋਰਟ ਤੇ ਮੈਨੂੰ ਰੋਕ ਲਿਆ ਜਾਂਦਾ ਹੈ ਕਿ ਆਪਣੀ ਦਸਤਾਰ ਉਤਾਰ, ਫਲਾਈਟ ਮਿਸ ਕੀਤੀ, ਦਸਤਾਰ ਨਹੀਂ ਉਤਾਰੀ, ਅਗਲੇ ਦਿਨ ਇਟਲੀ ਸਰਕਾਰ ਨੇ ਮਾਫੀ ਮੰਗ ਕੇ ਸਾਨੂੰ ਉੱਥੋਂ ਦੀ ਵਿਦਾ ਕੀਤਾ। ਮੈਂ ਸਮਝਦਾ ਵਾਂ ਕਿ ਬਹੁਤ ਵੱਡੀ ਸੇਵਾ ਸਾਡੇ ਕੋਲੋਂ ਐਜੂਕੇਸ਼ਨ ਦੇ ਲਿਹਾਜ਼ ਨਾਲ ਲਈ। ਬੱਚਿਆਂ ਦੀ ਸਕੂਲਾਂ ਦੇ ਵਿੱਚ ਗਿਣਤੀ ਵਧੀ, ਬੱਚਿਆਂ ਦੀ ਰਿਜ਼ਲਟ ਅੱਛੇ ਆਏ 10ਵੀਂ ਔਰ 12ਵੀਂ ਦੇ। ਅੱਜ ਬੱਚੇ ਘਟਦੇ ਪਏ ਨੇ, ਅੱਜ ਰਿਜ਼ਲਟ ਡਿੱਗਦੇ ਪਏ ਨੇ, ਅੱਜ ਟੀਚਰਾਂ ਨੂੰ ਤਨਖਾਹ ਨਹੀਂ ਮਿਲਦੀ ਪਈ। ਮੈਂ ਸਮਝਦਾ ਮੌਜੂਦਾ ਕਮੇਟੀ ਇਹਦਾ ਜਵਾਬ ਤੁਸੀਂ ਜ਼ਰੂਰ ਜਦੋਂ ਤੁਹਾਡੇ ਕੋਲ ਆਉਣਗੇ ਉਹ ਜ਼ਰੂਰ ਪੁੱਛੋਗੇ ਤੁਸੀਂ ਉਹਨਾਂ ਕੋਲੋਂ। ਇਸ ਤੋਂ ਇਲਾਵਾ ਕਦੀ ਕਿਸੇ ਨੇ ਮਿਨੋਰਟੀ ਸਟੇਟਸ ਸੋਚਿਆ ਸੀ? ਦਿੱਲੀ ਦੇ ਵਿੱਚ ਕ੍ਰਿਸਚਨਸ ਦੇ ਕਾਲਜ ਹੋਣ, ਮੁਸਲਮਾਨਾਂ ਦੇ ਕਾਲਜ ਹੋਣ, ਸੇਂਟ ਸਟੀਫਨ ਹੋਵੇ, ਜੀਸਸ ਐਂਡ ਮੈਰੀ ਕਾਲਜ ਹੋਵੇ, ਹਮਦਰਦ ਯੂਨੀਵਰਸਿਟੀ ਹੋਵੇ ਜਾਂ ਜਾਮੀਆ ਮਿਲੀਆ ਹੋਵੇ, ਉੱਥੇ ਮੁਸਲਮਾਨਾਂ ਦੇ ਕ੍ਰਿਸਚਨ ਨੂੰ 50% ਕੋਟਾ। ਸਾਨੂੰ ਕਿਉਂ ਨਹੀਂ? ਉਹ ਲੜਾਈ ਲੜੀ 70 ਸਾਲ ਦੇ ਬਾਅਦ ਗਵਰਨਮੈਂਟ ਆਫ, ਮੈਂ ਸਮਝਦਾ ਵਾਂ ਇਹ ਜਿਹੜੀ ਇੰਡੀਆ ਹੈ, ਮੋਦੀ ਸਰਕਾਰ ਕੋਲੋਂ ਮੈਂ ਕਾਮਯਾਬ ਹੋਇਆ 50% ਕੋਟਾ ਲੈਣ ਦਾ। ਅੱਜ ਤੁਹਾਡੇ ਬੱਚੇ ਐਡਮਿਸ਼ਨਾਂ ਲੈ ਰਹੇ ਨੇ। GTBIT ਜਿਹੜਾ ਕਦੀ ਬਚ ਨਹੀਂ ਸਕਦਾ ਸੀ, ਜਿਹਦੀਆਂ ਸੀਟਾਂ ਕੈਂਸਲ ਹੁੰਦੀਆਂ ਸੀ, ਇੰਜੀਨੀਅਰਿੰਗ ਕਾਲਜ ਹਰੀਨਗਰ, ਉਸ ਨੂੰ ਬਚਾਇਆ ਵੀ, ਉਸ ਦੀ ਪਾਲਿਸੀ ਵੀ ਚੇਂਜ ਕਰਾਈ ਔਰ ਮਿਨੋਰਟੀ ਸਟੇਟਸ ਉੱਥੇ ਵੀ ਲੈ ਕੇ ਆਂਦਾ ਕਿ ਦਿੱਲੀ 'ਚ 4000 ਰੈਂਕ ਆਵੇ ਤੇ ਐਡਮਿਸ਼ਨ ਮਿਲਦੀ ਹੈ, ਪਰ ਸਿੱਖ ਬੱਚੇ ਦਾ ਅਗਰ 40000 ਰੈਂਕ ਹੈ ਉਹ ਅੱਜ ਇਸ ਕਾਲਜ ਦੇ ਵਿੱਚ ਇੰਜੀਨੀਅਰਿੰਗ ਦੇ ਵਿੱਚ ਦਾਖਲਾ ਲੈ ਸਕਦਾ ਵਾ। ਮੈਂ ਸਮਝਦਾ ਵਾਂ ਕਿ ਐਜੂਕੇਸ਼ਨ ਦੇ ਪੱਖੋਂ ਅਸੀਂ ਸਿੱਖ ਬੱਚਿਆਂ ਨੂੰ ਜੋ ਸਹੂਲਤ ਦੇ ਸਕਦੇ ਸੀ ਅਸੀਂ ਉਹ ਸਹੂਲਤਾਂ ਦਿੱਤੀਆਂ। ਅਸੀਂ ਕਿਤੇ ਦਸਤਾਰ ਕੰਪੀਟੀਸ਼ਨ ਹੁੰਦੇ ਸੀਗੇ, ਕਿਤੇ ਪਾਠ ਬੋਧ ਸਮਾਗਮ ਕਰਾਏ ਕਿ ਜਿਹੜੀ ਉਚਾਰਨ ਹੈ ਗੁਰੂ ਗ੍ਰੰਥ ਸਾਹਿਬ ਦਾ, ਗੁਰਬਾਣੀ ਦਾ, ਉਹ ਠੀਕ ਤਰ੍ਹਾਂ ਨਾਲ ਉਚਾਰਨ ਜਿਹੜਾ ਸਿੱਖਣਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਮੌਕਾ ਦਿੱਤਾ। ਅਸੀਂ ਬੀਬੀਆਂ ਦੀ ਪਹਿਲੀ ਦਫਾ ਕਨਵੈਨਸ਼ਨ ਕੀਤੀ ਮਾਤਾ ਸਾਹਿਬ ਕੌਰ ਜੀ ਦੇ ਨਾਂ 'ਤੇ, ਔਰ ਖਾਲੀ ਕਨਵੈਨਸ਼ਨ ਨਹੀਂ ਕੀਤੀ, ਇਸਤਰੀ ਸਤਸੰਗ ਸਭਾਵਾਂ ਜਿੰਨੀਆਂ ਵੀ ਕਲੋਨੀਆਂ 'ਚ ਨੇ ਉਹਨਾਂ ਨੂੰ ਅਗਰ ਕਿਸੇ ਨੇ ਮੇਨ ਸਟੇਜਾਂ ਦੇ ਉੱਤੇ ਲਾਈਵ ਪ੍ਰੋਗਰਾਮ ਦੇ ਵਿੱਚ ਅਗਰ ਕੋਈ ਵਾਰੀ ਦਿੱਤੀ ਹੈ ਤੇ ਉਹ ਸਾਡੇ ਵਾਰੀ ਅਸੀਂ ਇਹ ਬੀਬੀਆਂ ਨੂੰ ਅੱਗੇ ਲੈ ਕੇ ਆਏ ਹਾਂ। ਸਮਝਦੇ ਹਾਂ ਕਿ ਅਗਰ ਇਹ ਬੀਬੀਆਂ ਮਜ਼ਬੂਤ ਹੋਈਆਂ ਸਿੱਖੀ ਤੇ ਪਰਿਵਾਰ ਸਿੱਖਾਂ ਦੇ ਮਜ਼ਬੂਤ ਹੋਣਗੇ, ਕੌਮ ਸਿੱਖਾਂ ਦੀ ਮਜ਼ਬੂਤ ਹੋਏਗੀ। ਇਹ ਸਾਰੇ ਅਸੀਂ ਸਟੈਪ ਲਏ। ਜੇ ਹੜ੍ਹ ਆਉਂਦੇ ਨੇ ਜੰਮੂ ਕਸ਼ਮੀਰ ਜਾਂ ਉੱਤਰਾਖੰਡ ਦੇ ਵਿੱਚ, ਉਹਨਾਂ ਸਿੱਖਾਂ ਨੂੰ ਜਿਨ੍ਹਾਂ ਦੇ ਘਰ ਖਤਮ ਹੋ ਗਏ, ਜਿਨ੍ਹਾਂ ਦੇ ਬਿਜ਼ਨਸ ਖਤਮ ਹੋ ਗਏ ਜਾਂ ਗੁਰੂ ਘਰਾਂ ਦੀਆਂ ਛੱਤਾਂ ਡਿੱਗ ਪਈਆਂ, ਉਹਨਾਂ ਨੂੰ ਮਾਲੀ ਮਦਦ ਬਹੁਤ ਵੱਡੇ ਪੱਧਰ 'ਤੇ ਦਿੱਤੀ ਗਈ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੇ ਰੋਮ ਦੇ ਵਿੱਚ ਪਗੜੀ ਉਤਾਰਨ ਦੀ ਗੱਲ ਕੀਤੀ ਤਾਂ ਡਟ ਕੇ ਖਲੋਏ ਆ। ਸੀਸਗੰਜ ਸਾਹਿਬ ਦੇ ਪਿਓ ਦੇ ਉੱਤੇ ਜਦੋਂ ਬੁਲਡੋਜ਼ਰ ਸਰਕਾਰ ਚਲਾਉਂਦੀ ਹੈ ਦਿੱਲੀ ਦੀ, ਉਸ ਵੇਲੇ 2 ਘੰਟੇ ਦੇ ਵਿੱਚ ਵਾਪਸ ਪਿਓ ਬਣਾਉਣਾ ਔਰ ਹਾਈ ਕੋਰਟ ਦੇ ਡਬਲ ਬੈਂਚ ਦੇ ਅੱਗੇ ਕੰਟੈਂਪਟ ਦੇ ਵਿੱਚ ਪੇਸ਼ ਹੋ ਕੇ ਆਖਣਾ ਕਿ ਅਗਰ ਇਹ ਪਿਓ ਨੂੰ ਹੱਥ ਲਾਇਆ ਗਿਆ ਔਰ ਅਗਰ ਮੈਨੂੰ ਸੀਸਗੰਜ ਸਾਹਿਬ ਜਾਣ ਤੋਂ ਇਹ ਕੋਰਟ ਰੋਕ ਲਾਂਦੀ ਹੈ, ਮੈਂ ਆਰਡਰ ਮੰਨਣ ਨੂੰ ਤਿਆਰ ਨਹੀਂ, ਤੁਸੀਂ ਗ੍ਰਿਫਤਾਰ ਕਰਨਾ ਮੈਨੂੰ ਇੱਥੇ ਕਰੋ ਜਾਂ ਮੈਨੂੰ ਸੀਸਗੰਜ ਸਾਹਿਬ ਕਰੋ। ਲੇਕਿਨ ਕੋਰਟ ਚੁੱਪ ਰਹਿੰਦੀ ਹੈ। ਲੰਬਾ ਇੱਕ ਲੜਾਈ ਤੋਂ ਬਾਅਦ ਉਹ ਪਿਓ ਅੱਜ ਤੁਹਾਡੇ ਸਾਹਮਣੇ ਹੈ, ਉੱਥੇ ਜਲ ਵਰਤਾਇਆ ਜਾ ਰਿਹਾ। ਮੈਂ ਸਮਝਦਾ ਵਾਂ ਕਿ ਕਿਸੇ ਜਗ੍ਹਾ ਭਾਵੇਂ ਹੈਦਰਾਬਾਦ ਹੋ ਜਾਵੇ ਜਾਂ ਮੁਲਕ ਦਾ ਕੋਈ ਕੋਨਾ ਹੋਵੇ ਜਿੱਥੇ ਸਿੱਖ ਨਾਲ ਧੱਕਾ ਹੋਇਆ ਹੋਵੇ, ਉੱਥੇ ਜਾ ਕੇ ਉਹਦੇ ਲਈ ਖਲੋਏ ਆ
क्योंकि मैं ये समझदा वां कि दिल्ली इंटरनेशनल सिटी है, दिल्ली सिखां दी राजधानी है। ਇੱਥੇ ਸਾਰੀਆਂ ਅੰਬੈਸੀਆਂ ਸੈਂਟਰ ਦੇ ਵਜ਼ੀਰ ਨੇ। ਜਦੋਂ ਦਿੱਲੀ ਦਾ ਸਿੱਖ ਆਵਾਜ਼ ਚੁੱਕੇਗਾ, ਜਿਵੇਂ ਜਥੇਦਾਰ ਸੰਤੋਖ ਸਿੰਘ ਵੇਲੇ ਚੁੱਕਦੇ ਸੀ, ਬਾਗਬੜੀ ਅੱਗ ਲੱਗ ਜਾਵੇ, ਤਰਾਈ ਦੇ ਸਿੱਖਾਂ ਨੂੰ ਪੁੱਟਣ ਲਈ ਆਰਮੀ ਲੱਗ ਜਾਵੇ, ਦਿੱਲੀੋਂ ਲੜਾਈ ਲੜੀ ਜਾਂਦੀ ਹੈ। ਪੌਂਟਾ ਸਾਹਿਬ ਗੋਲੀ ਚੱਲ ਜਾਵੇ, ਦਿੱਲੀੋਂ ਲੜਾਈ ਲੜੀ ਜਾਂਦੀ ਹੈ। ਇੰਗਲੈਂਡ 'ਚ ਪਗੜੀ ਦੇ ਬੈਨ ਲੱਗ ਜਾਵੇ, ਦਿੱਲੀੋਂ ਲੜਾਈ ਲੜੀ ਜਾਂਦੀ ਹੈ। ਕਿਤੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਵਿੱਚ ਜਦੋਂ ਇੱਕ ਸਿੱਖ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਨੇ ਦਸਤਾਰ ਕਰਕੇ, ਉਹ ਲੜਾਈ ਲੜਦੇ ਆ ਔਰ ਰਾਠੌਰ ਸਾਹਿਬ ਵਾਪਸ ਰੀਇਨਸਟੇਟ ਹੁੰਦੇ ਨੇ। ਜੇ ਐਰੀਜ਼ੋਨਾ 'ਚ ਪਹਿਲਾ ਸੋਢੀ ਸਿੱਖ ਮਾਰਿਆ ਜਾਂਦਾ ਮਿਸਟੇਕਨ ਆਇਡੈਂਟੀਟੀ ਲਈ, ਤੇ ਦਿੱਲੀੋਂ ਆਵਾਜ਼ ਚੁੱਕਦੇ ਆ, ਅਮਰੀਕਨ ਸਰਕਾਰ ਨੂੰ ਹਿਲਾਉਂਦੇ ਆ। ਜੇ ਪਾਕਿਸਤਾਨ ਦੇ ਵਿੱਚ ਕੋਈ ਸਾਡੇ ਨਾਲ ਧੱਕਾ ਕਰਦਾ, ਉਹਦੀ ਆਵਾਜ਼ ਵੀ ਦਿੱਲੀ ਤੋਂ ਚੁੱਕਦੇ ਆ। ਬੜੇ ਐਸੇ ਕੰਮ ਨੇ ਜਿਹੜੇ ਅਸੀਂ ਕੀਤੇ ਨੇ। ਸਭ ਤੋਂ ਵੱਡਾ ਮਸਲਾ ਅਫਗਾਨੀ ਸਿੱਖਾਂ ਦਾ। ਅੱਜ ਕਿਸੇ ਅਫਗਾਨੀ ਸਿੱਖ ਨੂੰ ਪੁੱਛ ਲਓ ਕਿ ਪਿਛਲੇ 25 ਸਾਲਾਂ ਤੋਂ ਜਿਹੜੀ ਉਹ ਲੜਾਈ ਲੜ ਰਹੇ ਸੀ, ਉਸਨੇ ਕਿਸਨੇ ਅੰਜਾਮ ਤੇ ਲਿਆਂਦਾ ਹੈ। ਉਹ ਲੜਾਈ ਲੜੇ ਆ। ਇਹਨਾਂ ਦੀ ਸਿਟੀਜ਼ਨਸ਼ਿਪ ਦਾ ਮਸਲਾ ਹੋਵੇ, ਇਹਨਾਂ ਦੇ ਵੀਜ਼ੇ ਦਾ ਮਸਲਾ ਹੋਵੇ, ਇਹਨਾਂ ਦੀ ਪਰਮਾਨੈਂਟ ਰੈਜ਼ੀਡੈਂਸੀ ਦਾ ਮਸਲਾ ਹੋਵੇ, ਸਰਕਾਰ ਨੂੰ ਕਹਿ ਕੇ ਅਸੀਂ ਇਹ ਖਤਮ ਕਰਾਇਆ। ਜੇ ਰਾਜੋਆਣਾ ਸਾਹਿਬ ਦੀ ਫਾਂਸੀ ਦੀ ਗੱਲ ਕਰ ਲਈਏ, ਜੇ ਅਸੀਂ ਪ੍ਰੋਫੈਸਰ ਭੁੱਲਰ ਦੀ ਫਾਂਸੀ ਦੀ ਗੱਲ ਕਰ ਲਈਏ, ਜੇ ਅਸੀਂ ਕੁੱਕੀ ਗਿੱਲ ਸਾਹਿਬ ਦੀ ਸਜ਼ਾ ਦੀ ਗੱਲ ਕਰ ਲਈਏ, ਜੇ ਅਸੀਂ ਸਤਨਾਮ ਸਿੰਘ ਪੌਂਟਾ ਸਾਹਿਬ ਜਿਸ ਨੇ ਹਾਈਜੈਕਿੰਗ ਪਹਿਲੀ ਕੀਤੀ ਸੀ ਜਦੋਂ ਸੰਤ ਭਿੰਡਰਾਂਵਾਲੇ ਗ੍ਰਿਫਤਾਰ ਹੋਏ ਸੀਗੇ, ਸਰ ਵਰਿਆਮ ਸਿੰਘ ਜਿਹੜੇ ਜੇਲ੍ਹਾਂ 'ਚ ਬੈਠੇ ਸਿੰਘ ਨੇ, ਕਦੀ ਇਹਨਾਂ ਤੋਂ ਜਾ ਕੇ ਪੁੱਛਣਾ ਅਸੀਂ ਇਹਨਾਂ ਵਾਸਤੇ ਕਿੱਦਾਂ ਲੜੇ ਹਾਂ। ਹੋਂਦ ਚਿੱਲੜ ਦੀ ਲੜਾਈ ਜਿਹੜੀ ਸੰਸਥਾ ਲੜ ਰਹੀ ਸੀ, ਉਹਦੇ ਪਿੱਛੇ ਅਸੀਂ ਡਟ ਕੇ ਖਲੋਏ ਹਾਂ, ਉੱਥੋਂ ਦੇ ਮੁਆਵਜ਼ੇ ਦਵਾਏ ਨੇ। ਮੈਂ ਸਮਝਦਾ ਕਿ ਜਿੱਥੇ ਵੀ ਕੌਮ ਨੂੰ ਲੋੜ ਪਈ ਹੈ, ਉਹਨਾਂ ਵਾਸਤੇ ਖੜੇ ਹੋਏ ਹਾਂ। ਪਿਛਲੇ 70 ਸਾਲ ਤੋਂ ਖੜੇ ਹਾਂ। ਪਹਿਲੇ ਜਥੇਦਾਰ ਸਾਹਿਬ 31 ਸਾਲ ਆਪਣੀ ਜੀਵਨ ਦੇ, 39 ਸਾਲ ਮੇਰੇ। ਲੇਕਿਨ ਕਿਸੇ ਸਰਕਾਰ ਕੋਲੋਂ ਕਦੀ ਵਜ਼ੀਰੀ ਨਹੀਂ ਮੰਗੀ, ਕਿਸੇ ਸਰਕਾਰ ਕੋਲੋਂ ਕੋਟਾ ਪਰਮਿਟ ਲਾਇਸੈਂਸ ਨਹੀਂ ਲਿਆ, ਆਪਣੀ ਫੈਕਟਰੀਆਂ ਦੇ ਪਲਾਟ ਨਹੀਂ ਲਏ, ਗਲ 'ਚ ਅੰਗੂਠਾ ਦੇ ਕੇ ਵੱਡੇ ਪ੍ਰਧਾਨ ਮੰਤਰੀਆਂ ਤੋਂ ਸਿੱਖਾਂ ਦੇ ਕੰਮ ਕੀਤੇ ਨੇ। ਔਰ ਇਸ ਕਰਕੇ ਕੌਮ ਜਿਹੜੀ ਹੈ ਉਹ ਯਾਦ ਰੱਖਦੀ ਹੈ। ਜੇ ਕਿਸੇ ਬੱਚੇ ਗੁਰਪ੍ਰੀਤ ਸਿੰਘ ਨੂੰ ਇੱਕ ਗੱਡੀ ਦਾ ਐਕਸੀਡੈਂਟ ਮਾਰ ਕੇ, ਐਕਸੀਡੈਂਟ ਸ਼ੋਅ ਕਰਕੇ ਮਰਡਰ ਨੂੰ ਐਕਸੀਡੈਂਟ ਕੀਤਾ ਜਾਂਦਾ, ਰਾਤੋਂ ਰਾਤ ਉਹਦਾ ਕੇਸ ਬਦਲਿਆ ਜਾਂਦਾ, ਉਸ ਨੂੰ ਅਸੀਂ ਅਰੈਸਟ ਕਰਾਉਂਦੇ ਹਾਂ। ਮੈਂ ਸਮਝਦਾ ਬੜੀਆਂ ਐਸੀਆਂ ਡਿਟੇਲਾਂ ਨੇ। ਫਿਰ ਸਮਾਂ ਹੋਏਗਾ ਤੁਹਾਡੇ ਸਾਹਮਣੇ ਜ਼ਰੂਰ ਗੱਲ ਕਰਾਂਗੇ। ਜਦੋਂ ਕਾਲਜਾਂ ਦੇ ਮਿਨੋਰਟੀ ਸਟੇਟਸ ਅਸੀਂ ਲਏ, ਅੱਗੇ ਸਾਡੇ ਕਾਲਜਾਂ 'ਚ 20% ਸਿੱਖ ਬੱਚੇ ਸੀ, ਅੱਜ 50% ਤੋਂ ਵੱਧ ਨੇ। ਅੱਜ ਸਾਡੇ ਕਾਲਜਾਂ ਦੇ ਵਿੱਚ ਜਦੋਂ ਕਾਲਜ ਦੀਆਂ ਇਲੈਕਸ਼ਨਸ ਹੁੰਦੀਆਂ ਨੇ, ਉਹਦੇ 'ਚ ਦਸਤਾਰ ਵਾਲੇ ਬੱਚੇ, ਕੁੜੀਆਂ ਸਿੱਖ ਸਰਦਾਰਨੀਆਂ, ਉਹ ਇਲੈਕਸ਼ਨਾਂ ਜਿੱਤਦੀਆਂ ਪਈਆਂ ਨੇ, ਕਿਉਂਕਿ ਅਸੀਂ ਸਿੱਖ ਬੱਚਿਆਂ ਨੂੰ ਉੱਥੇ ਲਿਜਾਣ ਲਈ ਕਾਮਯਾਬ ਹੋ ਗਏ। 2017 ਦੀ ਇਲੈਕਸ਼ਨ ਅਕਾਲੀ ਦਲ ਨੂੰ ਅਸੀਂ ਨਹੀਂ ਵੜਨ ਦਿੱਤਾ, ਇੱਥੇ ਬਾਦਲ ਸਾਹਿਬ ਦੀ ਫੋਟੋ ਨਹੀਂ ਲਾਈ, ਡੇਰਾ ਮਾਫੀ ਇਹਨਾਂ ਨੇ ਦਿੱਤੀ ਹੈ। ਇਹਨੇ ਰਾਮ ਰਹੀਮ ਦੇ ਨਾਲ ਗਲਵਕੜੀਆਂ ਪਾਈਆਂ ਨੇ ਕਿ ਅਸੀਂ ਬਠਿੰਡੇ ਔਰ ਮਾਨਸਾ ਦੀਆਂ ਇਲੈਕਸ਼ਨਾਂ ਜਿੱਤਣੀਆਂ ਨੇ। ਮੈਂ ਸਮਝਦਾ ਇਹਨਾਂ ਨੇ ਗੁਰੂ ਨਾਲ ਧਰੋਹ ਕੀਤਾ। ਇਹ ਉਹ ਪਾਰਟੀਆਂ ਨੇ ਜਿਨ੍ਹਾਂ ਪਾਰਟੀਆਂ ਨੇ ਗੁਰੂ ਵੱਲ ਨੂੰ ਪਿੱਠ ਕਰਕੇ ਆਪਣੀਆਂ ਵਜ਼ੀਰੀਆਂ ਸਰਕਾਰਾਂ ਤੋਂ ਲਈਆਂ। ਕੌਮ ਦੇ ਮਸਲੇ ਕਦੇ ਇਹਨਾਂ ਨੇ ਨਹੀਂ ਚੁੱਕੇ। ਕਿਤੇ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਤੇ ਬੱਚਿਆਂ ਤੇ ਗੋਲੀ ਚਲਾ ਦਿੰਦੇ ਨੇ। ਅੱਜ 328 ਸਰੂਪ ਨਹੀਂ ਲੱਭਦੇ ਪਏ, ਤੇ ਜੇ ਸਿੰਘ ਉੱਥੇ ਪੁੱਛਣ ਗਏ ਨੇ, ਡਾਂਗਾ ਮਾਰ ਕੇ ਉਹਨਾਂ ਦੇ ਸਿਰ ਪਾੜਤੇ। ਗੁਰਦੁਆਰੇ ਦੇ ਵਿੱਚ ਗੁਰਦੁਆਰਾ ਕੰਪਲੈਕਸ ਅੰਮ੍ਰਿਤਸਰ ਦੇ ਵਿੱਚ ਦਸਤਾਰਾਂ ਲਾ ਦਿੱਤੀਆਂ ਗਈਆਂ। ਤੁਸੀਂ ਉਹ ਕੰਮ ਕੀਤਾ ਜੋ ਮਹੰਤ ਨਹਿਰੂ ਕਰਦਾ। ਮੈਂ ਸਮਝਦਾ ਵੋਟਾਂ ਆ ਰਹੀਆਂ ਦਿੱਲੀ ਦੀਆਂ, ਹਰੇਕ ਪਾਰਟੀ ਤੁਹਾਡੇ ਕੋਲ ਆਏਗੀ, ਜ਼ਰੂਰ ਪੁੱਛਣਾ। ਮੇਰੇ ਤੇ ਕੇਸ ਪਾਏ ਨੇ, ਰੋਜ਼ ਕੋਈ ਨਾ ਕੋਈ FIR ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਰੇ ਝੂਠੇ ਮੁਕੱਦਮੇ ਪਾ ਕੇ ਕਿ ਮਨਜੀਤ ਸਿੰਘ ਨੂੰ ਖਤਮ ਕੀਤਾ ਜਾਵੇ। ਮੈਂ ਉਸ ਘਰ 'ਚ ਜੰਮਿਆ ਜਿਸ ਨੇ ਲੜਨਾ ਸਿੱਖਿਆ। ਇਹ ਲੜਾਈ ਲੜਾਂਗਾ, ਤੁਹਾਡੇ ਸਾਹਮਣੇ ਆਏਗਾ। ਇਹ ਜਿੰਨੀਆਂ ਮਰਜ਼ੀ ਕੇਸ ਪਾ ਲੈਣ, ਇਹ ਸਾਰੇ ਝੂਠੇ ਸਾਬਤ ਹੋਣਗੇ ਔਰ ਇਹਨਾਂ ਦੇ ਮੂੰਹ ਦੇ ਉੱਤੇ ਆ ਕੇ ਡਿੱਗਣਗੇ। ਇਹਨਾਂ ਕੋਲੋਂ ਸਵਾਲ ਜ਼ਰੂਰ ਪੁੱਛਣਾ ਕਿ ਜਿਹੜੇ ਕੰਮ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਢਾਹ ਲਾਉਣ ਦੇ, ਸਿੱਖੀ ਨੂੰ ਢਾਹ ਲਾਉਣ ਦੇ ਔਰ ਆਪਣੀਆਂ ਵਜ਼ੀਰਾਂ ਲੈਣ ਦੇ ਲਏ ਨੇ, ਇਹਨਾਂ ਦੇ ਸਵਾਲ ਇਹਨਾਂ ਨੂੰ ਜ਼ਰੂਰ ਪੁੱਛਣਾ। ਇੰਨੇ ਸਾਲ, 70 ਸਾਲ ਦਾ ਮੈਂ ਇਤਿਹਾਸ ਦੱਸਾਂ, ਕਦੀ ਤੁਸੀਂ ਦੇਖਿਆ ਸੀ ਕੋਈ MLA, ਕੋਈ ਵਜ਼ੀਰੀ, ਕੋਈ ਗਵਰਨਰੀ ਲਈ ਹੋਵੇ? ਅੱਜ ਦੇ ਜਿਹੜੇ ਪ੍ਰਧਾਨ ਸਕੱਤਰ ਨੇ ਉਹ ਆਪ ਵੀ MLA ਬਣਦੇ ਨੇ, ਉਹਨਾਂ ਦੀ ਵੋਟੀਆਂ ਵੀ ਕੌਂਸਲਰ ਬਣਦੀਆਂ ਨੇ, ਕਿਉਂਕਿ ਏਜੰਡਾ ਕੌਮ ਨਹੀਂ ਹੈ, ਏਜੰਡਾ ਸਿੱਖ ਨਹੀਂ ਹੈ, ਏਜੰਡਾ ਸਿੱਖ ਧਰਮ ਨਹੀਂ ਹੈ, ਏਜੰਡਾ ਗੁਰੂ ਗ੍ਰੰਥ ਸਾਹਿਬ ਨਹੀਂ ਹੈ। ਏਜੰਡਾ ਸਿਆਸਤ ਲੈਣੀ ਹੈ। ਸਿੱਖਾਂ ਦੀ ਤਾਕਤ ਹਾਸਲ ਕਰਨ ਤੋਂ ਬਾਅਦ ਐਸੇ ਲੋਕਾਂ ਨੂੰ ਅਗਰ ਤਾਕਤ ਮਿਲੇਗੀ, ਕੌਮ ਦਾ ਨੁਕਸਾਨ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।